ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਬਾਣੀ ਦੀ ਜਿਉਂ-ਜਿਉਂ ਇੱਕ ਵਿਅਕਤੀ ਵਿਚਾਰ ਕਰਦਾ ਹੈ, ਉਸ ਦਾ ਮਨ ਜਿੱਥੇ ਅਡੋਲ ਹੋ ਜਾਂਦਾ ਹੈ, ਉੱਥੇ ਹੀ ਆਮ ਲੁਕਾਈ ਲਈ ਉਸ ਦੇ ਮਨ ਵਿੱਚ ਪਿਆਰ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਸੰਸਾਰ ਵਿੱਚ ਕਈ ਤਰ੍ਹਾਂ ਦੇ ਵਿਅਕਤੀ ਜਿਹੜੇ ਕਈ ਤਰ੍ਹਾਂ ਦੇ ਧਰਮਾਂ ਅਨੁਸਾਰ ਵੱਖ-ਵੱਖ ਕਰਮ ਕਾਂਡਾਂ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ, ਉਹਨਾਂ ਵਿਅਕਤੀਆਂ ਬਾਬਤ ਵੀ ਰੱਬੀ ਹੁਕਮ ਇੱਕ ਹੁਕਮੀ ਸਦਾ ਭਵਾਈਏ ਨੂੰ ਸਮਝਦੇ ਹੋਏ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਸਿੱਖਾਂ ਦਾ ਫਰਜ਼ ਹੈ। ਸਿੱਖਾਂ ਨੂੰ ਇਹ ਸਪਸ਼ਟ ਹੁਕਮ ਹੈ ਕਿ ਸਾਡਾ ਧਰਮ, ਸਾਡਾ ਕਰਮ ਗੁਰੂ ਦੇ ਉਪਦੇਸ਼ਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ ਅਤੇ ਪਰਉਪਕਾਰ ਕਰਦਿਆਂ ਭਾਵੇਂ ਕਿੰਨੀਆਂ ਵੀ ਔਂਕੜਾਂ ਆਉਣ, ਹਾਲਾਤ ਕੁਝ ਵੀ ਹੋਣ, ਸਾਨੂੰ ਗੁਰੂ ਦੇ ਦੱਸੇ ਰਾਹ ਤੋਂ ਭਜਣਾ ਨਹੀਂ ਚਾਹੀਦਾ। ਪਾਵਨ ਵਾਕ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਸਾਹਿਬ ਦੇ ਇਹਨਾਂ ਪਾਵਨ ਉਪਦੇਸ਼ਾਂ ਦਾ ਹੀ ਸਿੱਟਾ ਸੀ ਕਿ ਸਿੱਖਾਂ ਨੇ ਸੰਸਾਰਕ ਬੁਲੰਦੀਆਂ ਦੇ ਝੰਡੇ ਗੱਡਦੇ ਹੋਏ ਮੁਸ਼ਕਿਲ ਹਾਲਾਤਾਂ ਵਿੱਚ ਜਿੱਥੇ ਆਪਣਾ ਰਾਜ ਕਾਇਮ ਕੀਤਾ, ਉੱਥੇ ਹੀ ਉਹਨਾਂ ਨੇ ਇਸ ਰਾਜ ਦੇ ਦੌਰਾਨ ਵੀ ਆਪਣੇ ਕਿਰਦਾਰ ਨੂੰ ਡਿੱਗਣ ਨਹੀਂ ਸੀ ਦਿੱਤਾ। ਸਮਾਂ ਬਦਲਦਾ ਗਿਆ ਅਤੇ ਸਮੇਂ ਦੇ ਨਾਲ-ਨਾਲ ਈਰਖਾਲੂ ਪ੍ਰਵਰਤੀ ਦੇ ਵਿਅਕਤੀਆਂ ਨੇ ਹਰ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਇਹਨਾਂ ਦੀ ਇਸ ਰਾਜ ਜੋਗ ਦੇ ਕੇਂਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਜਾਂ ਤਾਂ ਤੋੜ ਦਿੱਤਾ ਜਾਏ ਜਾਂ ਗੁਰੂ ਸਾਹਿਬ ਦੇ ਤੁਲ ਕੁਝ ਐਸਾ ਅਡੰਬਰ ਰਚਿਆ ਜਾਏ ਜਿਸ ਰਾਹੀਂ ਇੱਕ ਆਮ ਸਿੱਖ ਦਾ ਵਿਸ਼ਵਾਸ ਇੱਕ ਉੱਤੇ ਨਾ ਰਹਿ ਕੇ ਇੱਥੇ ਉੱਥੇ ਡੋਲ ਜਾਏ। ਪਿਰਥੀ ਚੰਦ ਦੇ ਪਰਿਵਾਰ ਵੱਲੋਂ 6ਵੇਂ ਮਹਿਲ ਦੇ ਨਾਮ ਹੇਠ ਲਿਖੀ ਰਚਨਾਵਾਂ ਸਾਡੇ ਇੱਕੋ ਇੱਕ ਗੁਰੂ ਉੱਤੇ ਭਰੋਸੇ ਨੂੰ ਡੇਗਣ ਦੀ ਇੱਕ ਚਾਲ ਹੀ ਸੀ, ਜੋ ਕਿ ਅੱਜ ਵੀ ਸਿੱਖਾਂ ਦੇ ਘਰਾਂ ਵਿੱਚ ਸ਼ਾਦੀ ਦੇ ਕਾਰਡਾਂ ਰਾਹੀਂ ਪੁੱਜਦੀ ਰਹਿੰਦੀ ਹੈ। ਸਮੇਂ ਦੇ ਨਾਲ-ਨਾਲ ਇਸੇ ਸਾਜ਼ਿਸ਼ ਅਧੀਨ ਅਖੌਤੀ ਦਸਮ ਗ੍ਰੰਥ ਸਮੇਤ ਕਈ ਐਸੀਆਂ ਪੁਸਤਕਾਂ ਅੱਜ ਸਿੱਖ ਕੌਮ ਵਿੱਚ ਮੌਜੂਦ ਹਨ, ਜਿਨ੍ਹਾਂ ਰਾਹੀਂ ਗਾਹੇ ਬਗਾਹੇ ਸਿੱਖ ਕੌਮ ਦੇ ਮੂਲ ਸਿਧਾਂਤਾਂ ਉੱਤੇ ਭਾਰੀ ਚੋਟ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਹ ਤਾਜ਼ਾ ਉਦਾਹਰਣ ਨਾਮਧਾਰੀਆਂ ਵੱਲੋਂ ਮਨਾਇਆ ਗਿਆ ਰਾਮ ਨਵਮੀ ਦਾ ਪ੍ਰੋਗਰਾਮ ਹੈ। ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਹੀ ਇਹ ਬੈਨਰ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ, ਨਾਲ ਹੀ ਨਾਲ ਇੱਕ ਪੇਪਰ ਦੀ ਕਟਿੰਗ ਜਿਸ ਵਿੱਚ ਇਹ ਸਪਸ਼ਟ ਲਿਖਿਆ ਸੀ ਕਿ दसम ग्रंथ में राम जी के जीवन के बारे में पूरा एक चैप्टर है। इसे तरीके नाल जदों वीडियो विच भी असी देखते हाँ, उत्थे भी वो नामधारियां दा मुखी आही गल रिपीट कर रहा है, पर धन हन कौम दे ओ महान विद्वान, लिखारी, रागी, प्रचारक ਜਿਹੜੇ ਸਮੇਂ-ਸਮੇਂ ਤੇ ਆ ਕੇ ਕੌਮ ਨੂੰ ਸੁਚੇਤ ਕਰ ਜਾਂਦੇ ਹਨ ਅਤੇ ਗੁਰੂ ਦੇ ਇਸ ਪਾਵਨ ਹੁਕਮ ਨੂੰ ਦ੍ਰਿੜ ਕਰਦੇ ਹੋਏ ਆਪਣਾ ਸਭ ਕੁਝ ਦਾਅ ਤੇ ਲਾ ਦਿੰਦੇ ਹਨ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬ ਹੂੰ ਨਾ ਛਾੜੈ ਖੇਤ। ਤੁਸੀਂ ਸੁਣ ਰਹੇ ਹੋ ਰੇਡੀਓ ਸਿੰਘਨਾਦ, ਜਿਨ੍ਹਾਂ ਰਾਹੀਂ ਘਰ ਘਰ ਵਿਖੇ ਅਖੌਤੀ ਦਸਮ ਗ੍ਰੰਥ ਦੀ ਪ੍ਰਚਲਿਤ ਰਚਨਾਵਾਂ ਬਾਬਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਪਿਛਲੇ ਪ੍ਰੋਗਰਾਮਾਂ ਰਾਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉੱਤੇ ਇਸ ਗ੍ਰੰਥ ਦੀਆਂ 3 ਰਚਨਾਵਾਂ ਹੇਮਕੁੰਡ ਸੰਬੰਧੀ, ਮੁਰਪਤ ਪੂਰਬ ਕੀਸ ਪਿਆਨਾ ਸੰਬੰਧੀ ਅਤੇ ਦੇ ਸ਼ਿਵਾਬਰ ਮੋਹਿ ਅਹਿ ਸੰਬੰਧੀ ਵਿਚਾਰ ਕੀਤੀ ਅਤੇ ਪਿਛਲੇ ਹਫਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਬਹੁਤ ਹੀ ਖੂਬਸੂਰਤੀ ਨਾਲ ਰੂਪ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ ਵਾਲੇ ਅਕਾਲ ਪੁਰਖ ਅਤੇ ਸ਼ਰੀਰਧਾਰੀ ਕਾਲ ਦੇ ਵਿੱਚ ਜੋ ਫਰਕ ਹੈ ਉਸ ਬਾਬਤ ਆਮ ਸਿੱਖ ਸੰਗਤਾਂ ਨੂੰ ਸਮਝਾਇਆ। ਅੱਜ ਮੈਂ ਕਵਲਪਾਲ ਸਿੰਘ ਕਾਨਪੁਰ ਤੋਂ ਆਪ ਸਾਰਿਆਂ ਨਾਲ ਇਸੇ ਗ੍ਰੰਥ ਦੀ ਸਭ ਤੋਂ ਪ੍ਰਚਲਿਤ ਰਚਨਾ ਚੌਪਈ ਬਾਬਤ ਸਾਂਝ ਪਾਵਾਂਗਾ। ਅੱਗੇ ਵਧਣ ਤੋਂ ਪਹਿਲਾਂ ਮੈਂ ਉਹਨਾਂ ਸਰੋਤਿਆਂ ਨਾਲ ਕੁਝ ਨੁਕਤੇ ਜ਼ਰੂਰ ਸਾਂਝੇ ਕਰਨਾ ਚਾਹੁੰਦਾ ਹਾਂ
ਜਿਨ੍ਹਾਂ ਨੂੰ ਹੁਣੇ ਇਸ ਬਾਬਤ ਬਹੁਤਾ ਜਾਣਕਾਰੀ ਨਹੀਂ ਕਿ ਜਿਹੜੀ ਚੌਪਈ ਪਿਛਲੇ ਲਗਭਗ 70-75 ਸਾਲਾਂ ਤੋਂ ਸਿੱਖਾਂ ਦੇ ਅੰਮ੍ਰਿਤ ਸੰਚਾਰ ਅਤੇ ਸੋਧ ਦਰ ਵਿੱਚ ਜੋੜ ਦਿੱਤੀ ਗਈ, ਉਹ ਅਸਲ ਵਿੱਚ ਇਸ ਗ੍ਰੰਥ ਦੇ ਸਭ ਤੋਂ ਵੱਡੇ ਵਿਸ਼ੇ ਚਰਿਤ੍ਰੋਪਾਖਿਆਨ ਦੀ ਸਭ ਤੋਂ ਅਖੀਰਲੀ ਕਹਾਣੀ ਵਿੱਚੋਂ ਲਏ ਗਏ 25 ਛੰਦ ਹਨ। ਇਹ ਕਹਾਣੀ ਸੁਣਾਉਣ ਵਾਲਾ ਇੱਕ ਮੰਤਰੀ ਹੈ ਜਿਸ ਦਾ ਨਾਮ ਪੂਰੇ ਗ੍ਰੰਥ ਵਿੱਚ ਲਿਖਿਆ ਨਹੀਂ ਮਿਲਦਾ, ਅਤੇ ਸੁਣਨ ਵਾਲੇ ਦੋ ਲੋਕ ਹਨ। ਇੱਕ ਹੈ ਰਾਜਾ ਚਿੱਤਰ ਸਿੰਘ ਜੋ ਕਿ ਚਿੱਤਰਨਗਰ ਦਾ ਰਹਿਣ ਵਾਲਾ ਹੈ ਕਹਾਣੀ ਮੁਤਾਬਕ, ਅਤੇ ਦੂਜਾ ਉਸ ਦਾ ਪੁੱਤਰ। ਅਤੇ ਇਸ ਪੂਰੇ ਚੈਪਟਰ ਦਾ ਸਿਰਲੇਖ ਹੈ ਚਰਿਤ੍ਰੋਪਾਖਿਆਨ, ਜੋ ਕਿ ਲਿਖਾਰੀ ਵੱਲੋਂ ਇਸ ਗ੍ਰੰਥ ਵਿੱਚ ਇਸ ਚੈਪਟਰ ਦੇ ਦੌਰਾਨ ਥਾਂ-ਥਾਂ ਉੱਤੇ ਲਿਖਿਆ ਮਿਲਦਾ ਹੈ। ਇਤੀ ਸ਼੍ਰੀ ਚਰਿਤ੍ਰੋਪਾਖਿਆਨੇ ਮੰਤਰੀ ਭੂਪ ਸੰਵਾਦੇ ਪ੍ਰਥਮ ਅਧਿਆਏ ਸਮਾਪਤਮ। ਇਸ ਤਰੀਕੇ ਨਾਲ ਇਹ ਕਲੀਅਰ ਹੋ ਜਾਂਦਾ ਹੈ ਕਿ ਇਹ ਇੱਕ ਮੰਤਰੀ ਅਤੇ ਉਸ ਦੇ ਰਾਜੇ ਦੇ ਵਿੱਚ ਦਾ ਸੰਵਾਦ ਹੈ। ਦੂਜੀ ਗੱਲ, ਨਾਨਕ ਪਦ ਦੀ ਵਰਤੋਂ ਲਿਖਾਰੀ ਵੱਲੋਂ ਪੂਰੇ ਗ੍ਰੰਥ ਵਿੱਚ ਨਹੀਂ ਕੀਤੀ ਗਈ। ਹੁਣ ਕਿਉਂਕਿ ਇਹ ਕਥਾ ਜਿਹੜੀ ਹੈ ਇਹ ਚੌਪਈ ਨਾਮਕ ਛੰਦ ਵਿੱਚ ਦਰਜ ਹੈ, ਇਸ ਲਈ ਬਿਨਾਂ ਕਹਾਣੀ ਨੂੰ ਪੜ੍ਹੇ ਹੀ ਇਸ ਦਾ ਨਾਮ ਚੌਪਈ ਪ੍ਰਚਲਿਤ ਕਰ ਦਿੱਤਾ ਗਿਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਉੱਤੇ ਅਥਾਹ ਸ਼ਰਧਾ ਹੋਣ ਕਾਰਨ ਆਮ ਸਿੱਖ ਮਾਈ ਭਾਈ ਨੇ ਇਸ ਨੂੰ ਬਿਨਾਂ ਵਿਚਾਰੇ ਹੀ ਪ੍ਰਵਾਨ ਕਰ ਲਿਆ ਅਤੇ ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ 377ਵੀਂ ਪੌੜੀ ਨੂੰ ਪਹਿਲੀ ਪੌੜੀ ਮੰਨ ਕੇ ਇਸ ਦਾ ਗਾਇਨ ਸ਼ੁਰੂ ਕਰ ਦਿੱਤਾ। ਚੌਪਈ ਬਾਬਤ ਜੇ ਅਗਰ ਅਸੀਂ ਗੱਲ ਕਰੀਏ ਤਾਂ ਇਹ ਛੰਦ ਦੀ ਸ਼ੈਲੀ ਜਾਂ ਉਸ ਦੀ ਚਾਲ ਦਾ ਇੱਕ ਨਾਮ ਹੈ। ਚੌਪਈ ਰਾਮਾਇਣ ਵਿੱਚ ਵੀ ਤੁਹਾਨੂੰ ਮਿਲੇਗੀ, ਚੌਪਈ ਗੀਤਾ ਵਿੱਚ ਵੀ ਤੁਹਾਨੂੰ ਮਿਲੇਗੀ, ਅਤੇ ਚੌਪਈ ਦਸਮ ਗ੍ਰੰਥ ਵਿੱਚ ਵੀ ਥਾਂ-ਥਾਂ ਉੱਤੇ ਵੱਖ-ਵੱਖ ਚੈਪਟਰਾਂ ਵਿੱਚ ਇਸੇ ਚਾਲ ਦੇ ਨਾਲ ਛੰਦ ਚੱਲ ਰਹੇ ਹਨ, ਜਿਨ੍ਹਾਂ ਨੂੰ ਬਿਨਾਂ ਵਿਚਾਰੇ ਹੀ ਚੌਪਈ ਸਾਹਿਬ ਦਾ ਨਾਮ ਦੇ ਦਿੱਤਾ ਗਿਆ। ਖੈਰ ਆਓ ਜੀ, ਹੁਣ ਅਸੀਂ ਰਚਨਾ ਵੱਲ ਚਲੀਏ। ਰਚਨਾ ਦੇ ਕੁੱਲ 405 ਛੰਦ ਹਨ, ਜਿਨ੍ਹਾਂ ਨੂੰ ਅਸੀਂ ਪੌੜੀਆਂ ਵੀ ਕਹਿੰਦੇ ਹਾਂ, ਤੇ ਇਹਨਾਂ ਵਿੱਚੋਂ ਜਿਹੜੇ 25 ਛੰਦ ਲਏ ਗਏ ਹਨ ਉਹਨਾਂ ਵਿੱਚ ਕੁਝ ਨਾਮ ਵਰਤੇ ਗਏ ਹਨ, ਜਿਵੇਂ ਕਿ ਅਸਤੁਜ, ਖੜਕਕੇਤ, ਮਲੇਛ ਇਤਿਆਦਿ। ਇਹਨਾਂ ਸਾਰੇ ਸ਼ਬਦਾਂ ਨੂੰ ਸਮਝਣ ਵਾਸਤੇ ਸਾਨੂੰ ਇਹ ਪੂਰੀ ਰਚਨਾ ਪਹਿਲੀ ਪੌੜੀ ਤੋਂ ਹੀ ਪੜ੍ਹਨੀ ਪਏਗੀ, ਤਾਂ ਜੋ ਸਾਨੂੰ ਗੁਰਮਤ ਦੀ ਕਸਵੱਟੀ ਉੱਤੇ ਇਸ ਦੀ ਸਹੀ ਪਰਖ ਹੋ ਸਕੇ। ਆਓ ਜੀ, ਪਹਿਲੀ 5 ਪੌੜੀਆਂ ਜਿਸ ਦੀ ਸ਼ੁਰੂਆਤ ਹੁੰਦੀ ਹੈ ਸਤ ਸੰਧ ਇੱਕ ਭੂਪ ਬਨੀਜੈ, ਪ੍ਰਥਮੈ ਸਤਜੁਗ ਬੀਚ ਕਹੀਜੈ। ਇਹ ਸ਼ਬਦ ਬੋਲਣ ਵਾਲਾ, ਕਿਉਂਕਿ ਇਹ ਸੰਵਾਦ ਮੰਤਰੀ ਅਤੇ ਭੂਪ ਦਾ ਹੋ ਰਿਹਾ ਹੈ, ਇੱਕ ਮੰਤਰੀ ਹੈ, ਸੁਣਨ ਵਾਲਾ ਰਾਜਾ ਹੈ, ਅਤੇ ਇਹ ਪੂਰੀ ਕਹਾਣੀ ਦੀ ਗੱਲ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ ਉਹ ਇੱਕ ਕਾਲਪਨਿਕ ਰਾਜੇ ਸਤ ਸੰਧ ਤੋਂ ਹੋ ਰਹੀ ਹੈ। ਕਹਾਣੀ ਵਿੱਚ ਉਹ ਕਹਿੰਦਾ ਹੈ ਕਿ ਐਸਾ ਆਖਿਆ ਜਾਂਦਾ ਹੈ ਕਿ ਸਤ ਯੁੱਗ ਵਿੱਚ ਸਤ ਸੰਧ ਨਾਮ ਦਾ ਇੱਕ ਰਾਜਾ ਰਹਿੰਦਾ ਸੀ। ਉਹਦਾ ਜਸ 14 ਲੋਕਾਂ ਵਿੱਚ ਗਾਇਆ ਜਾਂਦਾ ਸੀ। ਉਸ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ ਅਤੇ ਸਾਰੇ ਦੇਵਤਿਆਂ ਦਾ ਉਹ ਰਾਜਾ ਬਣ ਗਿਆ। ਬ੍ਰਹਮਾ ਨੇ ਉਸ ਨੂੰ ਆਪਣੇ ਹੱਥੀ ਤਿਲਕ ਦਿੱਤਾ ਅਤੇ ਉਸ ਨੇ ਆਪਣੇ ਰਾਜ ਵਿੱਚੋਂ ਸਾਰੇ ਹੀ ਦਾਨਵਾਂ ਨੂੰ ਨਿਕਾਲ ਦਿੱਤਾ। ਬਹੁਤ ਸਾਲ ਰਾਜ ਕਰਨ ਤੋਂ ਬਾਅਦ ਇੱਕ ਦਾਨਵ ਦੀਰਘਦਾੜ 10,000 ਖੂਨੀ ਸੈਨਾ ਲੈ ਕੇ, ਜਿਹੜੇ ਮੇਰੇ ਵੀਰਾਂ ਨੂੰ ਖੂਨੀ ਬਾਬਤ ਜਾਣਕਾਰੀ ਨਹੀਂ ਤਾਂ ਮੈਂ ਦੱਸ ਦਵਾਂ ਕਿ ਖੂਨੀ ਇਹਨਾਂ ਦੇ ਆਪਣੇ ਗ੍ਰੰਥਾਂ ਮੁਤਾਬਕ 10,000 ਖੂਨੀ ਸੈਨਾ ਦਾ ਮਤਲਬ ਹੈ ਜਿਹਦੇ ਵਿੱਚ 21 ਕਰੋੜ 87 ਲੱਖ ਹਾਥੀ ਹੋਣ, 21 ਕਰੋੜ 87 ਲੱਖ ਰੱਥ ਹੋਣ, 65 ਕਰੋੜ 61 ਲੱਖ ਘੋੜੇ ਹੋਣ, 1 ਅਰਬ 9 ਕਰੋੜ 35 ਲੱਖ ਪਿਆਦੇ ਹੋਣ। ਮੈਂ ਦੁਬਾਰਾ ਰਿਪੀਟ ਕਰ ਦਿਆਂ, ਹਾਥੀ ਘੋੜੇ ਰੱਥ ਆਦਿ ਛੱਡੋ, ਪਿਆਦੇ 1 ਅਰਬ 9 ਕਰੋੜ 35 ਲੱਖ ਪਾਓ, ਇੰਨੇ
ਮਾਨਵ ਇੰਨੇ ਦਾਨਵ ਲੈ ਕੇ ਇੱਕ ਦਾਨਵ ਦੀਰਘਦਾੜ ਅਟੈਕ ਕਰਨ ਲਈ ਪੁੱਜਿਆ 7 ਸੰਤ ਰਾਜੇ ਦੇ ਉੱਤੇ ਉਹਦਾ ਰਾਜ ਖੋਣ ਲਈ, ਰਾਈਟ। 1 ਅਰਬ 9 ਕਰੋੜ ਅੱਜ ਅਗਰ ਅਸੀਂ ਇੰਡੀਆ ਦੀ ਪੋਪੂਲੇਸ਼ਨ ਦੇਖੀਏ ਤਾਂ 1 ਅਰਬ 30 ਕਰੋੜ ਹੈਗੀ ਹੈ। ਇਹ ਸਤਯੁਗ ਦਾ ਕੋਈ ਵੇਲਾ ਉਸ ਵਕਤ ਲਿਖ ਰਿਹਾ ਹੈ ਕਿ 1 ਅਰਬ 9 ਕਰੋੜ ਵਨ ਸਾਈਡਡ ਸੈਨਾ ਹੈਗੀ ਸੀ। ਅਗਰ ਸੈਨਾ ਐਸੀ ਸੀ ਤਾਂ ਅਸੀਂ ਸੋਚ ਸਕਦੇ ਹਾਂ ਕਿ ਜਿਸ ਦੇਸ਼ ਵਿੱਚ ਜਾਂ ਜਿਸ ਰਾਜ ਦੀ ਸੈਨਾ ਇੰਨੀ ਹੈ ਉਸ ਰਾਜ ਦੀ ਜਨਸੰਖਿਆ ਕੀ ਹੋਵੇਗੀ। ਖੈਰ ਅੱਗੇ ਆਈਏ। ਅੱਗੋਂ ਦੂਜੇ ਬੰਨੇ ਜਿਹੜੇ ਦੇਵਤੇ ਸਨ ਉਹ 20,000 ਖੂਨੀ ਸੈਨਾ ਲੈ ਕੇ ਤਿਆਰ ਖੜੇ ਹੋਏ ਸਨ। ਮਤਲਬ 328 ਕਰੋੜ ਤੋਂ ਵੀ ਜ਼ਿਆਦਾ ਵਿਅਕਤੀ ਉਸ ਵਕਤ ਉੱਥੇ ਲੜਨ ਲਈ ਮੌਜੂਦ ਸਨ ਐਸ ਪਰ ਦਾ ਰਾਈਟਰ ਆਫ ਦਸਮ ਗ੍ਰੰਥ। ਇੱਥੇ ਹੀ ਬਸ ਨਹੀਂ, ਇਹਨਾਂ ਦਾ ਜਿਹੜਾ ਸੈਨਾ ਦਾ ਸੈਨਾਪਤੀ ਸੀ ਉਹ ਸੂਰਜ ਸੀ, ਜਿਸ ਨੇ ਸੱਜੇ ਬੰਨੇ ਚੰਦ ਨੂੰ ਆਪਣੇ ਖੜਾ ਕੀਤਾ ਹੋਇਆ ਸੀ ਔਰ ਖੱਬੇ ਬੰਨੇ ਕਾਰਤਿਕੇ ਨੂੰ ਰੱਖਿਆ ਸੀ। ਇਹ 5 ਪੌੜੀਆਂ ਇੱਥੇ ਸਮਾਪਤ ਹੁੰਦੀਆਂ ਹਨ। ਸੋ ਦੋਵੇਂ ਤਰਫ ਤੋਂ ਅੱਗੇ ਅਸੀਂ ਜਦੋਂ ਪੜਾਂਗੇ 5 ਤੋਂ 11 ਪੌੜੀ ਤੱਕ ਤਾਂ ਦੋਵੇਂ ਤਰਫ ਤੋਂ ਕੁੱਲ 30,000 ਖੂਨੀ ਸੈਨਾ ਵਾਜੇ ਵਜਾਉਂਦੇ ਵਜਾਉਂਦੇ ਮੈਦਾਨ ਵਿੱਚ ਆ ਗਏ। 7ਵੀਂ ਪੌੜੀ ਵਿੱਚ ਇਹਨਾਂ ਨੂੰ ਸ਼ਰਾਬ ਪੀਂਦੇ ਦਰਸਾਇਆ ਗਿਆ ਹੈ ਅਤੇ ਉਪਰੰਤ ਇਹਨਾਂ ਨੂੰ ਲੜਦੇ ਹੋਏ ਦਿਖਾਇਆ ਗਿਆ ਹੈ। 12 ਤੋਂ 16ਵੀਂ ਪੌੜੀ ਤੱਕ ਲਿਖਾਰੀ ਲਿਖਦਾ ਹੈ ਕਿ ਇਸ ਯੁੱਧ ਵਿੱਚ ਸੂਰਮੇ ਝੂਮ ਕੇ ਗਿਰ ਰਹੇ ਸਨ ਅਤੇ ਉਹਨਾਂ ਦੇ ਖੂਨ ਨਾਲ ਇਤਨੀ ਵੱਡੀ ਨਦੀ ਵਗਣ ਲੱਗੀ ਕਿ ਉਸ ਨੂੰ ਵੇਖ ਕੇ ਵੈਤਰਣੀ ਨਦੀ ਵੀ ਸ਼ਰਮਸਾਰ ਹੋ ਜਾਏ। ਧਿਆਨ ਦੇਣ ਜੋਗੀ ਗੱਲ ਹੈ ਕਿ ਵੈਤਰਣੀ ਨਦੀ ਵੀ ਜਿਹੜੀ ਹੈ ਇੱਕ ਕਾਲਪਨਿਕ ਜਾਂ ਇੰਜ ਕਹਿ ਲਓ ਪੌਰਾਣਿਕ ਨਦੀ ਹੈ। ਇੱਥੇ ਬਹੁਤ ਧਿਆਨ ਨਾਲ ਸਮਝਣ ਵਾਲੀ ਗੱਲ ਹੈ। ਰਾਜਾ 7 ਸੰਤ ਵੀ ਕਾਲਪਨਿਕ, ਮੰਤਰੀ ਜਿਹੜਾ ਕਹਾਣੀ ਸੁਣਾ ਰਿਹਾ ਹੈ ਜਿਸ ਦਾ ਨਾਮ ਨਹੀਂ ਹੈ ਉਹ ਵੀ ਕਾਲਪਨਿਕ। ਹੁਣ ਜਿਹੜੀਆਂ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ ਉਹ ਵੀ ਕਲਪਨਾ ਹੀ ਹਨ। ਕੁਝ ਉਪਦੇਸ਼ ਕਰਨ ਲਈ ਜੇ ਕਾਲਪਨਿਕ ਜਾਂ ਪੁਰਾਣਿਕ ਕਿਰਦਾਰਾਂ ਦਾ ਟੂਕ ਮਾਤਰ ਸਹਾਰਾ ਲੈ ਲਿਆ ਹੁੰਦਾ ਤਾਂ ਵੀ ਕੁਝ ਗੱਲ ਸਮਝ ਆ ਸਕਦੀ ਸੀ ਕਿ ਚਲੋ ਕੁਝ ਉਪਦੇਸ਼ ਦੇਣ ਲਈ ਹੈ, ਪਰ ਇੱਥੇ ਤਾਂ ਇੱਕ ਪੂਰਾ ਕਾਲਪਨਿਕ ਇਤਿਹਾਸ ਕਿ ਜਾਂ ਇੰਜ ਕਹਿ ਲਓ ਕਿ ਮਿਥਿਹਾਸਕ ਇਤਿਹਾਸ ਜਿਹੜਾ ਹੈ ਉਸ ਦਾ ਜ਼ਿਕਰ ਹੈ ਤੇ ਸਾਰੀਆਂ ਹੀ ਜਿਹੜੇ ਐਗਜ਼ਾਮਪਲਸ ਹਨ ਉਹ ਕਾਲਪਨਿਕ ਹਨ। ਹੁਣ ਅੱਗੇ ਦੇਖੋ, ਜੇ ਕਾਲਪਨਿਕ ਨਦੀ ਦੀ ਗੱਲ ਵੀ ਕੀਤੀ ਤਾਂ 12 ਮੀਲ ਚੌੜੀ ਅਖਵਾਂਦੀ ਹੈ ਵੈਤਰਣੀ ਨਦੀ। ਕੋਈ ਪੁੱਛੇ ਭਲਾ ਕਿ ਖੂਨ ਦੀ 12 ਮੀਲ ਚੌੜੀ ਨਦੀ ਕਿਸ ਤਰੀਕੇ ਨਾਲ ਬਹਿ ਸਕਦੀ ਹੈ, ਪਰ ਪੁੱਛੇ ਕੌਣ? ਸਿੱਖਾਂ ਨੇ ਤਾਂ ਜਿਵੇਂ ਗੁਰੂ ਉਪਦੇਸ਼ਾਂ ਨੂੰ ਵਿਸਾਰ ਕੇ ਜੋ ਹੋ ਰਿਹਾ ਹੈ ਉਸ ਨੂੰ ਪ੍ਰਵਾਨ ਕਰਨ ਦੀ ਹੀ ਨੀਤੀ ਬਣਾ ਲਈ ਹੈ। ਖੈਰ ਆਓ ਜੀ ਅਸੀਂ ਕਹਾਣੀ ਨੂੰ ਅੱਗੇ ਟੋਰੀਏ। 16ਵੀਂ ਪੌੜੀ ਵਿੱਚ ਜਿਹੜੇ ਵਿਅਕਤੀ ਮਰੇ ਹੋਏ ਦਿਖਾਏ ਹਨ ਉਹਨਾਂ ਨੂੰ ਅਪਸਰਾਵਾਂ ਬਰਨ ਕਰਨ ਆ ਗਈਆਂ। ਬਰਨ ਭਾਵ ਉਹਨਾਂ ਨਾਲ ਵਿਆਹ ਕਰ ਲਿਆ ਸਾਰੀ ਅਪਸਰਾਵਾਂ ਨੇ। ਇੱਥੇ ਹੀ ਬਸ ਨਹੀਂ, ਸਗੋਂ ਭੂਤ ਪ੍ਰੇਤ ਨਾਚ ਕਰਦੇ ਹੋਏ ਆ ਗਏ ਅਤੇ ਇਹ ਸਾਰੇ ਹੀ ਕਾਲ ਦੀ ਕਿਲਕਾਰੀਆਂ ਸੁਣ ਕੇ ਡਰ ਰਹੇ ਸਨ। 17ਵੀਂ ਪੌੜੀ ਧਿਆਨ ਦੇਣ ਜੋਗੀ ਹੈ ਕਿਉਂਕਿ ਪਿੱਛੇ ਜੋ ਸਾਡੇ ਪ੍ਰਭਦੀਪ ਵੀਰ ਜੀ ਜ਼ਿਕਰ ਕਰ ਆਏ ਹਨ ਸ਼ਿਵਾ ਦਾ, ਇੱਥੇ 7ਵੀਂ ਪੌੜੀ ਵਿੱਚ ਸ਼ਿਵਾ ਦੀ ਵੀ ਐਂਟਰੀ ਹੈ। ਉਹ ਵੀ ਇਸ ਯੁੱਧ ਵਿੱਚ ਪੁੱਜ ਚੁੱਕੀ ਹੈ ਲਿਖਾਰੀ ਦੀ ਕਲਮ ਅਨੁਸਾਰ। ਫਿਰੈ ਦੈਤ ਕਹੂੰ ਦਾਤ ਨਿਕਾਰੇ, ਬਮਤ ਸ੍ਰੋਨ ਕੇ ਤੇਰਨ ਮਾਰੇ, ਕਹੂੰ ਸ਼ਿਵਾ ਸਾਮੂਹੇ ਫਿਕਰਾਹੀ, ਭੂਤ ਪਿਸਾਚ ਮਾਸ ਕਹੂੰ ਖਾਈ। ਸ਼ਿਵਾ ਜਿਹੜੀ ਹੈ ਸਾਹਮਣੇ ਫੁੰਕਾਰੇ ਮਾਰ ਰਹੀ ਹੈ ਅਤੇ 18ਵੇਂ ਅਤੇ 19ਵੀਂ ਛੰਦ ਵਿੱਚ ਲਿਖਦਾ ਹੈ ਕਿ ਇਤਨੇ ਵੀਰ ਮਾਰੇ ਗਏ ਕਿ ਦੋਨੋਂ ਤਰਫ ਤੋਂ ਕੋਈ ਵੀ ਯੋਧਾ ਨਹੀਂ ਬਚਿਆ। यानी कि 30 अरब 28 करोड़ बंदा सारा दा सारा ही मर गया। 20वें छंद विच लिखता है, जो क्रम क्रम कर कथा सुनाऊं,
ਗ੍ਰੰਥ ਬੜਨ ਤੇ ਅਧਿਕ ਡਰਾਉਂ। ਭਾਉ ਕਿੱਥੇ ਤੱਕ ਮੈਂ ਇਹ ਸਭ ਕ੍ਰਮ ਅਨੁਸਾਰ ਸੁਣਾਵਾਂ? ਅਸਲ ਵਿੱਚ ਮੈਨੂੰ ਡਰ ਲੱਗਦਾ ਹੈ। ਭਾਉ ਲਿਖਾਰੀ ਨੂੰ ਡਰ ਲੱਗਦਾ ਹੈ ਕਿ ਕਿੱਥੇ ਗ੍ਰੰਥ ਵੱਡਾ ਨਾ ਹੋ ਜਾਏ। ਭਾਉ ਲਿਖਾਰੀ ਇੰਨਾ ਡਰਪੋਕ ਹੈ ਕਿ ਉਹ ਜਿਹਨੂੰ ਵੀ ਆਪਣਾ ਇਸ਼ਟ ਮੰਨਦਾ ਹੈ, ਭਾਵੇਂ ਕਾਲ ਨੂੰ, ਭਾਵੇਂ ਮਹਾਕਾਲ ਨੂੰ, ਭਾਵੇਂ ਸੱਤ ਸੰਧ ਨੂੰ, ਘੱਟੋ ਘੱਟ ਜਦੋਂ ਉਹਦੀ ਉਸਤਤ ਲਿਖਣ ਵਾਲਾ ਹੋਏ ਤਾਂ ਉਹਨੂੰ ਗੁਰਬਾਣੀ ਤੋਂ ਜ਼ਰਾ ਸਮਝਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਕੀ ਕਹਿ ਰਹੇ ਹਨ। ਜੇ ਅਗਰ ਉਹਦੇ ਅੰਦਰ ਥੋੜੀ ਵੀ ਸਿੱਖੀ ਹੁੰਦੀ ਲਿਖਣ ਵਾਲੇ ਅੰਦਰ, ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵਾਕ ਨੂੰ ਕਦੀ ਨਾ ਭੁੱਲਿਆ ਹੁੰਦਾ। ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਤ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਇਹ ਹੈ ਸੂਰਮਤਾ, ਇਹ ਹੈ ਭਾਉ, ਇਹ ਹੈ ਪ੍ਰੇਮ ਇੱਕ ਭਗਤ ਦਾ, ਜੋ ਉਹ ਆਪਣੇ ਇਸ਼ਟ ਨੂੰ ਇਤਨਾ ਮਹਾਨ ਮੰਨਦਾ ਹੈ ਕਿ ਜੇ ਅਗਰ ਉਹ ਉਸਤਤ ਕਰਨ ਉੱਤੇ ਆਏ ਤਾਂ ਉਸ ਲਈ ਸਮੁੰਦਰਾਂ ਦੇ ਪਾਣੀ ਦੀ ਬਣੀ ਸਿਆਹੀ ਵੀ ਘੱਟ ਹੈ। ਜੇ ਉਹ ਉਸਤਤ ਲਿਖਣ ਤੇ ਆਏ ਤਾਂ ਉਸ ਲਈ ਸਮੁੰਦਰਾਂ ਦੇ ਪਾਣੀ ਦੀ ਬਣੀ ਹੋਈ ਸਿਆਹੀ ਵੀ ਘੱਟ ਹੈ। ਸਮਸਤ ਬਨਸਪਤੀ ਦੀ ਜੇ ਕਲਮ ਬਣ ਜਾਏ ਉਹ ਵੀ ਘੱਟ ਹੈ। ਪੂਰੀ ਧਰਤੀ ਵੀ ਜੇ ਅਗਰ ਕਾਗਜ਼ ਬਣ ਜਾਏ ਤਾਂ ਵੀ ਘੱਟ ਹੈ, ਕਿਉਂਕਿ ਇਹ ਹਰੀ ਦੇ ਜਸ ਅਪਾਰ ਹਨ। ਅਤੇ ਦੂਜੇ ਬੰਨੇ ਕਿਤੇ ਇਸ ਲਿਖਾਰੀ ਨੂੰ ਦੇਖੋ, ਜਿੱਥੇ ਧੀਆਂ ਭੈਣਾਂ ਦੀ ਰੱਜ ਕੇ ਬੇਪਤੀ ਕਰਨੀ ਸੀ, ਜਿੱਥੇ ਧੀਆਂ ਨੂੰ ਭੈੜੇ ਬੋਲ ਬੋਲਨੇ ਸਨ, ਉੱਥੇ ਇਹ ਲਿਖਾਰੀ ਦੀ ਕਲਮ ਨਹੀਂ ਰੁਕੀ। ਉੱਥੇ ਇਸਨੇ ਨਹੀਂ ਕਿਹਾ ਜੀ ਮੈਨੂੰ ਡਰ ਲੱਗ ਰਿਹਾ ਹੈ, ਪਰ ਇੱਕ ਕਾਲਪਨਿਕ ਰਾਜੇ ਦੇ ਯੁੱਧ ਦਾ ਜ਼ਿਕਰ ਕਰਨ ਲੱਗਾ ਤਾਂ ਕਹਿੰਦਾ ਜੇ ਸਾਰੀ ਘਟਨਾ ਜੇ ਮੈਂ ਕਿਤੇ ਕ੍ਰਮ ਅਨੁਸਾਰ ਸੁਣਾਉਂਦਾ ਹਾਂ ਤਾਂ ਮੈਨੂੰ ਇਹ ਡਰ ਸਤਾਈ ਜਾਂਦਾ ਹੈ ਕਿ ਕਿਤੇ ਮੇਰਾ ਗ੍ਰੰਥ ਨਾ ਵੱਡਾ ਹੋ ਜਾਏ। ਇੱਥੇ ਹੀ ਬਸ ਨਹੀਂ, ਠੀਕ 3 ਛੰਦਾਂ ਅੱਗੇ 23ਵੀਂ ਪੌੜੀ ਵਿੱਚ ਫਿਰ ਦੁਬਾਰਾ ਲਿਖਦਾ ਹੈ, ਰਸਨਾ ਇਤੀ ਨਾ ਭਾਖ ਸੁਣਾਉ, ਗ੍ਰੰਥ ਬੜਨ ਤੇ ਅਤ ਡਰ ਪਾਉ। ਕਹਿੰਦਾ ਹੈ ਮੇਰੀ ਰਸਨਾ ਇੰਨਾ ਨਹੀਂ ਕਹਿ ਸਕਦੀ ਕਿਉਂਕਿ ਮੈਨੂੰ ਗ੍ਰੰਥ ਵੱਡੇ ਹੋਣ ਤੋਂ ਡਰ ਲੱਗ ਰਿਹਾ ਹੈ। ਅਸੀਂ ਵਿਚਾਰ ਕਰ ਲਈਏ ਇਸੇ ਡਰਪੋਕ ਲਿਖਾਰੀ ਦੀ ਲਿਖਤਾਂ ਰਾਹੀਂ ਸਾਨੂੰ ਕੀ ਸੇਧ ਮਿਲ ਸਕਦੀ ਹੈ ਅਤੇ ਇਸ ਨੇ ਕਿਹੜਾ ਬੀਰ ਰਸ ਪੈਦਾ ਕਰ ਸਕਣਾ ਹੈ ਜਿਹੜਾ ਆਪ ਆਪਣੇ ਇਸ਼ਟ ਦੀ ਉਸਤਤ ਲਿਖਦਿਆਂ ਕਾਗਜ਼ ਅਤੇ ਕਲਮ ਦੀ ਹੀ ਪਰਵਾਹ ਕਰਦਾ ਹੋਵੇ। ਅਸਲ ਵਿੱਚ ਇਹ ਇਸ ਚਤੁਰ ਲਿਖਾਰੀ ਦੀ ਖਾਸੀਅਤ ਹੈ ਕਿ ਜਿੱਥੇ ਗੱਲ ਕਰਨ ਨੂੰ ਕੁਝ ਨਾ ਬਚੇ ਤਾਂ ਇਹੋ ਜਿਹੀਆਂ ਸਤਰਾਂ ਕੱਢ ਲੈਂਦਾ ਹੈ। ਇਸ ਲਿਖਾਰੀ ਦੇ ਡਰਪੋਕ ਹੋਣ ਦੇ ਐਸੇ ਹਵਾਲੇ ਬਹੁਤ ਵਾਰ ਇਸ ਗ੍ਰੰਥ ਵਿੱਚ ਪੜਨ ਨੂੰ ਮਿਲ ਸਕਦੇ ਹਨ ਜੀ। ਖੈਰ ਆਓ ਅਸੀਂ 24ਵੀਂ ਤੋਂ 27ਵੀਂ ਪੌੜੀ ਵੱਲ ਵਧੀਏ। 24ਵੀਂ ਪੌੜੀ ਵਿੱਚ ਲਿਖਦਾ ਹੈ ਕਿ ਦੋਵੇਂ ਪਾਸਿਓਂ ਦੇ ਸਾਰੇ ਵੀਰ ਭਾਉ ਜਿੰਨੇ ਵੀ ਪਿਆਦੇ ਸਨ ਉਹ ਇੱਕ ਦੂਜੇ ਨਾਲ ਲੜਦੇ ਲੜਦੇ ਮਰ ਗਏ। ਵਾਹਿਗੁਰੂ ਜਾਣੇ ਕਿ ਇਤਨੀ ਆਬਾਦੀ ਧਰਤੀ ਦੇ ਕਿਹੜੇ ਹਿੱਸੇ ਵਿੱਚ ਕਿਹੜੇ ਸਮੇਂ ਉੱਤੇ ਨਾ ਸਿਰਫ ਆਪਸ ਵਿੱਚ ਲੜੀ ਹੈ ਬਲਕਿ ਆਪਸ ਵਿੱਚ ਲੜ ਕੇ ਮਰ ਮੁੱਕ ਵੀ ਗਈ। ਇਹਨਾਂ ਦੇ ਮਰਨ ਦੇ ਬਾਅਦ ਦੋਵੇਂ ਰਾਜੇ ਬਚ ਗਏ ਜਿਹੜੇ ਕਿ 20 ਸਾਲਾਂ ਤੱਕ ਅੱਗੇ ਆਪਸ ਵਿੱਚ ਲੜਦੇ ਰਹੇ। ਜੀ ਹਾਂ, ਇਦਾਂ ਹੀ ਇਸ ਗ੍ਰੰਥ ਵਿੱਚ ਲਿਖਿਆ ਹੈ, ਬਿਨਾਂ ਕਿਸੇ ਨੈਤਿਕ ਕਿਰਿਆ, ਥਕਾਨ, ਭੁੱਖ ਪਿਆਸ ਦੇ ਲਗਾਤਾਰ 20 ਸਾਲ ਇਹ ਦੋਵੇਂ ਰਾਜੇ ਆਪਸ ਵਿੱਚ ਲੜਦੇ ਰਹੇ। ਅੰਤ 20 ਸਾਲਾਂ ਬਾਅਦ ਇਹਨਾਂ ਇੱਕ ਦੂਜੇ ਨੂੰ ਮਾਰ ਦਿੱਤਾ। 27ਵੀਂ ਪੌੜੀ ਵਿੱਚ ਮਰਨ ਦੀ ਕਹਾਣੀ ਖਤਮ ਕਰ ਲਿਖਾਰੀ ਜੀ ਨੂੰ ਕੁਝ ਨਵਾਂ ਨਹੀਂ ਮਿਲਿਆ ਤਾਂ ਇਹਨਾਂ ਨੇ ਆਪਣੀ ਕਹਾਣੀ ਨੂੰ ਵਧਾਉਣ ਖਾਤਰ 26ਵੇਂ ਛੰਦ ਵਿੱਚ ਮਰੇ ਹੋਏ ਰਾਜਿਆਂ ਨੂੰ 28ਵੇਂ ਛੰਦ ਵਿੱਚ ਫਿਰ ਤੋਂ ਯੁੱਧ ਕਰਨ ਲਈ ਲਾ ਦਿੱਤਾ ਅਤੇ ਉਹਨਾਂ ਦੀ ਲੜਾਈ ਤੋਂ ਅਗਨ ਦੀ ਜਵਾਲਾ ਉੱਠਣ ਲੱਗੀ ਅਤੇ ਇਸ ਅਗਨ ਵਿੱਚੋਂ ਇੱਕ ਬਾਲਾ ਨੇ ਜਨਮ ਲਿਆ। ਜਦਕਿ ਗੁਰਮਤ ਦੀ ਕਸਵੱਟੀ ਤੋਂ ਜਿਸ ਨੂੰ ਪਰਖਿਆ ਜਾਏ, ਜਿਉਂ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਅਤੇ ਪਿਤਾ ਦੇ ਆਪਸੀ ਮੇਲ ਤੋਂ ਬਿਨਾ ਬਾਲ ਨਹੀਂ ਹੋ ਸਕਦਾ। ਪਰ ਅੱਗੇ ਦੇਖਦੇ ਜਾਓ, ਇੱਥੇ ਤਾਂ ਲਿਖਾਰੀ ਜੀ ਨੇ ਸਿਰਫ ਅਗਨੀ ਤੋਂ ਹੀ ਬਾਲਾ ਦਾ ਜਨਮ ਕਰਾਇਆ ਹੈ। ਅੱਗੇ ਪਸੀਨੇ ਤੋਂ, ਲਹੂ ਤੋਂ,
ਮਿੱਧ ਤੂੰ ਅਤੇ ਪਤਾ ਨਹੀਂ ਕਿਹੜੇ-ਕਿਹੜੇ ਸਾਧਨਾਂ ਨਾਲ ਜੀਵ ਪੈਦਾ ਕਰਨਗੇ। ਉਹ ਜਿਹੜਾ ਆਪਣਾ ਬੰਤਾ ਸਿੰਘ ਨਵਰਾਤਰੀ ਸਪੈਸ਼ਲਿਸਟ ਵਾਲਾ, ਉਹ ਵਾਕਿਆ ਸਹੀ ਕਹਿੰਦਾ ਕਿ ਇਹ ਲਿਖਾਰੀ ਵਾਂਗ ਕੋਈ ਦੂਜਾ ਨਹੀਂ ਲਿਖ ਸਕਦਾ। ਖੈਰ ਆਓ ਜੀ ਅਸੀਂ ਅੱਗੇ ਚੱਲੀਏ ਕਿ 28ਵੇਂ ਛੰਦ ਵਿੱਚ ਜੰਮੀ ਇੱਕ ਬਾਲਾ ਜੰਮਦਿਆਂ ਹੀ ਆਪਣੇ ਹੱਥ ਵਿੱਚ ਅਸਤਰ ਸ਼ਸਤਰ ਲੈ ਕੇ ਹੱਸਣ ਲੱਗੀ। ਲਿਖਾਰੀ ਮੁਤਾਬਕ ਉਹ ਸੋਹਣੀ ਵੀ ਰੱਜ ਕੇ ਸੀ ਕਿ ਸੂਰਜ ਅਤੇ ਚੰਦ ਵੀ ਉਸ ਦੇ ਸੌਂਦਰਯ ਨੂੰ ਦੇਖ ਕੇ ਲੱਜਤ ਹੁੰਦੇ ਸਨ ਅਤੇ ਉਸੇ ਰਣਭੂਮੀ ਵਿੱਚ ਹੀ ਆਪਣੇ ਲਈ ਪਤੀ ਢੂੰਡਣ ਲੱਗੀ। ਕਮਾਲ ਦੀ ਸਟੋਰੀ ਹੈ। 28ਵੇਂ ਛੰਦ ਵਿੱਚ ਉਹ ਬੱਚੀ ਜੰਮੀ, ਜੰਮਦਿਆਂ ਹੀ ਉਸਨੇ ਆਪਣੇ ਹੱਥ ਵਿੱਚ ਅਸਤਰ ਸ਼ਸਤਰ ਲੈ ਲਿੱਤੇ ਅਤੇ ਅਸਤਰ ਸ਼ਸਤਰ ਲੈ ਕੇ ਉਸਨੇ ਸਿੱਧਾ ਆਪਣੇ ਪਤੀ ਨੂੰ ਢੂੰਡਣਾ ਸ਼ੁਰੂ ਕਰ ਦਿੱਤਾ। ਸਮਝ ਨਹੀਂ ਆਉਂਦਾ ਕਿ ਜੇ ਪਤੀ ਹੀ ਢੂੰਡਣਾ ਸੀਗਾ ਤਾਂ ਅਸਤਰ ਸ਼ਸਤਰ ਲੈਣ ਦੀ ਐਸੀ ਕਿਹੜੀ ਲੋੜ ਪੈ ਗਈ ਸੀ, ਕਿਉਂਕਿ ਲਿਖਾਰੀ ਤਾਂ ਵੈਸੇ ਵੀ ਦੋਨੋਂ ਤਰਫ ਦੇ ਸਾਰੇ ਬੰਦੇ ਹੀ ਮਾਰ ਚੁੱਕਾ ਸੀ, ਉੱਥੇ ਪਤਾ ਨਹੀਂ ਕੌਣ ਸੀ। ਖੈਰ ਉਸ ਨੂੰ ਆਪਣੇ ਯੋਗ ਕੋਈ ਪੁਰਸ਼ ਨਾ ਮਿਲਿਆ ਤਾਂ ਉਸਨੇ ਇਹ ਵਿਚਾਰ ਕੀਤਾ ਕਿ ਹੁਣ ਮੈਂ ਜਗਤ ਪਿਤਾ ਨਾਲ ਹੀ ਵਿਆਹ ਕਰਾਂਗੀ। ਹੁਣ ਅਸੀਂ ਦੇਖਦੇ ਹਾਂ ਅੱਗੇ ਉਹ ਜਗਤ ਪਿਤਾ ਕਿਹਨੂੰ ਕਹਿੰਦੀ ਹੈ। ਤੇ 29 ਤੋਂ ਲੈ ਕੇ 34ਵੀਂ ਪੌੜੀ ਤੱਕ ਉਸਨੇ ਕਈ ਜੰਤਰ ਲਿਖੇ। ਕਾਲਕਾ ਦੇਵ ਪ੍ਰਸੰਨ ਹੋ ਕੇ ਉਸ ਨੂੰ ਆਖਿਆ ਕਿ ਜੇ ਤੂੰ ਇਸੇ ਤਰ੍ਹਾਂ ਅਸਤੁਜਵਲ, ਜੀ ਹਾਂ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹਨੂੰ ਉਹ ਜਗਤ ਪਿਤਾ ਕਹਿ ਰਹੀ ਹੈ ਉਸੇ ਨੂੰ ਲਿਖਾਰੀ ਨੇ ਅਸੁਜ ਲਿਖਿਆ ਹੈ। ਅੱਗੇ ਚਲੀਏ ਤਾਂ ਅਸੁਜ ਜੀ ਦੀ ਵੀ ਪਿਕਚਰ ਹੋਰ ਕਲੀਅਰ ਹੋਏਗੀ। ਸੋ ਕਾਲਕਾ ਦੇਵ ਨੇ ਆਖਿਆ ਕਿ ਤੂੰ ਇਸੇ ਤਰ੍ਹਾਂ ਅਸਤੁਜ ਵੱਲ ਚਿੱਤ ਜੋੜੀ ਰੱਖ। ਇਹ ਗੱਲ ਸੁਣਦਿਆਂ ਉਹ ਬੀਬੀ ਸੋ ਗਈ। ਉਸੇ ਰਾਤ ਉਸ ਬੀਬੀ ਨੂੰ ਆਗਿਆ ਹੋਈ ਕਿ ਜਿੱਦਾਂ ਹੀ ਸਵਾਸ ਬੀਰਜ ਨਾਂ ਦਾ ਦੈਤ ਮਾਰਿਆ ਜਾਵੇਗਾ ਮੈਂ ਤੇਰੇ ਨਾਲ ਵਿਆਹ ਕਰਵਾ ਲਾਂਗਾ। ਹੁਣ ਅੱਗੇ ਗੱਲ ਕਰੀਏ ਸਵਾਸ ਬੀਰਜ ਨਾਲ ਯੁੱਧ। 42ਵੇਂ ਤੋਂ 51ਵੇਂ ਬੰਦ ਤੱਕ ਇਹ ਬੀਬੀ ਅਸਤਰ ਸ਼ਸਤਰ ਲੈ ਕੇ ਲੜਨ ਪੁੱਜੀ। ਉੱਥੋਂ ਅਸੁਰ ਵੀ ਲੜਨ ਲਈ ਤਿਆਰ ਹੋ ਗਏ ਸਨ। ਫਿਰ ਗੱਪਾਂ ਨਾਲ ਭਰਿਆ ਇੱਕ ਜੰਗ ਸ਼ੁਰੂ ਹੋ ਗਿਆ। ਆਪ ਹੀ ਵਿਚਾਰੋ ਇਹ ਗੁਰਬਾਣੀ ਕਿਸ ਆਧਾਰ ਉੱਤੇ ਹੋ ਸਕਦੀ ਹੈ, ਕਿਉਂਕਿ 42ਵੀਂ ਪੌੜੀ ਅਨੁਸਾਰ ਇਹ ਅਸੁਰ ਜਿੱਦਾਂ ਹੀ ਸਾਹ ਲੈਂਦੇ ਸਨ ਦੈਤ ਪੈਦਾ ਹੋ ਜਾਂਦੇ ਸਨ। ਇੱਥੇ ਹੀ ਬਸ ਨਹੀਂ, ਜਦੋਂ ਇਹਨਾਂ ਦਾ ਖੂਨ ਧਰਤੀ ਉੱਤੇ ਡਿੱਗਾ ਉਸ ਨਾਲ ਵੀ ਅਸੁਰ ਪੈਦਾ ਹੋ ਗਏ। ਜਿਨ੍ਹਾਂ ਵੀਰਾਂ ਨੇ ਹਿੰਦੂ ਮਿਥਿਹਾਸਕ ਕੋਸ਼ ਪੜ੍ਹਿਆ ਹੈ, ਜਿਨ੍ਹਾਂ ਵੀਰਾਂ ਨੇ ਨਹੀਂ ਪੜ੍ਹਿਆ ਉਹਨਾਂ ਨੂੰ ਮੈਂ ਕਲੀਅਰ ਕਰ ਦਿਆਂ ਕਿ ਆ ਜੋ ਖੂਨ ਡਿੱਗ ਕੇ ਜਿਹੜੇ ਰਾਖਸ਼ਸ ਪੈਦਾ ਹੁੰਦੇ ਸਨ, ਇਹ ਕਹਾਣੀ ਅਸਲ ਵਿੱਚ ਇੱਕ ਪੁਰਾਣਿਕ ਕਿਰਦਾਰ ਰਕਤ ਬੀਜ ਨਾਲ ਜੋੜੀ ਜਾਂਦੀ ਹੈ। ਪਰ ਲਿਖਾਰੀ ਲੱਗਦਾ ਜਾਂ ਤਾਂ ਗ੍ਰੰਥ ਨੂੰ ਆਪਣੇ ਸਾਈਜ਼ ਦਾ ਬਣਾਉਣ ਲਈ ਇਹ ਕਹਾਣੀ ਵਿੱਚ ਜੋੜ ਗਿਆ ਜਾਂ ਕਨਫਿਊਜ਼ ਸੀਗਾ। 43ਵੀਂ ਪੌੜੀ ਵਿੱਚ ਖੂਨ ਡਿੱਗਣ ਨਾਲ ਦੈਤ ਪੈਦਾ ਕਰਨ ਵਾਲੀ ਕਹਾਣੀ ਇੱਕ ਵਾਰ ਫਿਰ ਲਿਖਾਰੀ ਦੇ ਕਨਫਿਊਜ਼ਨ ਵਿੱਚ ਹੋਣ ਬਾਬਤ ਸਪਸ਼ਟ ਕਰਦੀ ਹੈ, ਕਿਉਂਕਿ ਇੱਥੇ ਇਹਨੇ ਸਵਾਸ ਬੀਰਜ ਅਤੇ ਰਕਤ ਬੀਜ ਵਿੱਚ ਮਿਲਗੋਬਾ ਕਰ ਦਿੱਤਾ। ਖੈਰ ਇੱਥੇ ਹੀ ਬਸ ਨਹੀਂ, 49ਵੀਂ ਪੌੜੀ ਵਿੱਚ ਮੁੜ ਦਾਨਵਾਂ ਦੇ ਮੇਜੇ ਧਰਤੀ ਉੱਤੇ ਡਿੱਗਣ ਨਾਲ ਦਾਨਵ ਪੈਦਾ ਹੋ ਗਏ। ਥੱਕ ਹਾਰ ਕੇ ਜਦੋਂ ਇਹ ਬੀਬੀ ਉਹਨਾਂ ਦਾਨਵਾਂ ਨੂੰ ਨਹੀਂ ਮਾਰ ਪਾਈ ਤਾਂ ਇਸਨੇ ਕਾਲ ਅੱਗੇ ਆਪਣੀ ਬੇਨਤੀ ਵਿੱਚ ਇਹ ਸ਼ਬਦ ਬੋਲੇ, ਸਤਕਾਲ ਮੈਂ ਦਾਸ ਤਿਹਾਰੀ, अपनी जान करो प्रतपारी, गुण अवगन मेरा कछु न विचारहो, बाएं गहे की लाज विचारहो, हम है शरण तोर महाराजा, तुम कह बाहें गहे की लाजा। इत्थे मेरे ओ वीर जरूर समझण दा जतन करन ਜਿਹੜੇ ਭਾਵੁਕਤਾ ਵਿੱਚ ਬਿਨਾਂ ਇਸ ਪੂਰੀ ਕਹਾਣੀ ਨੂੰ ਪੜ੍ਹੇ ਹੀ ਆਕਲਨ ਕਰਦੇ ਫਿਰਦੇ ਹਨ ਤੇ ਅਕਸਰ ਹੀ ਕਹਿ ਦਿੰਦੇ ਹਨ ਕਿ ਹੋ ਸਕਦਾ ਹੈ ਜੀ ਅਸੀਂ ਦਸਮ ਗ੍ਰੰਥ ਨੂੰ ਨਹੀਂ ਮੰਨਦੇ, ਪਰ ਕਿਉਂਕਿ ਇਹ 25 ਪੌੜੀਆਂ ਸ਼ਾਇਦ ਗੁਰੂ ਸਾਹਿਬ ਦੀਆਂ ਹੋਣ ਇਸੇ ਲਈ ਇਹਨੂੰ ਜਿਹੜਾ ਹੈ ਅੰਮ੍ਰਿਤ ਸੰਚਾਰ ਦਾ ਹਿੱਸਾ ਬਣਾਇਆ ਗਿਆ ਵੇ। ਪਰ ਬਾਅਦ ਵਿੱਚ ਸ਼ਰਾਰਤ ਵਜੋਂ ਚਰਿਤਰੋਪਾਖਿਆਨ ਵਿੱਚ ਇਹ 25 ਪੌੜੀਆਂ ਜੋੜਤੀਆਂ ਹੋਣ। ਨਹੀਂ ਮੇਰੇ ਵੀਰੋਂ, ਇਹ ਸ਼ਬਦ ਪੜੋ, ਸਤਕਾਲ ਮੈਂ ਦਾਸ ਤਿਹਾਰੀ, ਆਪਣੀ ਜਾਨ ਕਰੋ ਪ੍ਰਤਪਾਰੀ, ਤੇ ਉੱਥੇ ਲਿਖਿਆ ਹੋਇਆ ਹੈ अपना जान करो प्रतिपारा, गुण अवगन मेरा कछु ना विचारो, बाएं गए की लाज विचारो। ਇਹ ਬੇਨਤੀ ਕਰ ਰਹੀ ਹੈ ਇੱਕ ਬੀਬੀ ਕਾਲ ਦੇ ਅੱਗੇ,
ਇਹ ਹੈ ਪਹਿਲੀ ਬੇਨਤੀ। ਇਹ ਪੌੜੀ ਨੰਬਰ 53 ਤੋਂ 55 ਤੱਕ ਆਪ ਜੀ ਇਸ ਗ੍ਰੰਥ ਵਿੱਚ ਪੜ੍ਹ ਸਕਦੇ ਹੋ। ਸੇਮ ਆਹੀ ਸ਼ਬਦ ਲਿਖੇ ਹੋਏ ਹਨ। ਇਸ ਬੀਬੀ ਦੀ ਬੇਨਤੀ ਜਿਸ ਕਾਲ ਅੱਗੇ ਕੀਤੀ ਗਈ, ਕੀ ਉਹ ਰੱਬ ਸੀ ਜਾਂ ਲਿਖਾਰੀ ਦੇ ਸ਼ਰਾਰਤੀ ਦਿਮਾਗ ਦੀ ਉਪਜ? ਇਹ ਪੌੜੀ ਨੰਬਰ 56 ਵਿੱਚ ਬਿਲਕੁਲ ਸਾਫ਼ ਹੋ ਜਾਂਦਾ ਹੈ। ਹੜ ਹੜ ਸੁਨਤ ਕਾਲ ਬਚ ਹਸਾ, ਭਗਤ ਹੇਤ ਕਟ ਸੋ ਅਸ ਕਸਾ। ਇਹ ਬੇਨਤੀ ਸੁਣ ਕੇ ਕਾਲ ਖਿੜਖਿੜਾ ਕੇ ਹੱਸਣ ਲੱਗ ਪਿਆ ਅਤੇ ਹੋਣ ਵਾਲੀ ਪਤਨੀ ਲਈ ਮੈਦਾਨ ਵਿੱਚ ਆ ਗਿਆ। ਜ਼ਰਾ 1 ਮਿੰਟ ਲਈ ਵਿਚਾਰੋ ਕਿ ਜੇ ਕੋਈ ਸਾਨੂੰ ਤਰਲਾ ਪਾਏ ਤਾਂ ਕੀ ਸਾਹਮਣੇ ਵਾਲੇ ਉੱਤੇ ਉਸ ਦੀ ਤਰਸਯੋਗ ਹਾਲਤ ਉੱਤੇ ਕੋਈ ਖਿੜਖਿੜਾ ਕੇ ਹੱਸੇਗਾ ਜਾਂ ਹੱਸਣਾ ਚਾਹੀਦਾ? ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ-ਥਾਂ ਤੇ ਹੁਕਮ ਮਿਲਦਾ ਹੈ ਕਿ ਸਾਨੂੰ ਪਰਮਾਤਮਾ ਦੇ ਗੁਣ ਅਪਣਾਉਣੇ ਹਨ। ਸਾਨੂੰ ਆਪਣੇ ਪੂਰੇ ਜੀਵਨ ਵਿੱਚ ਉਸ ਪਰਮਾਤਮਾ ਦੇ ਗੁਣ ਗਾਉਣੇ ਹਨ। ਕੀ ਇਸ ਤਰ੍ਹਾਂ ਅਸੀਂ ਅਪਣਾਵਾਂਗੇ ਗੁਣ ਕਿ ਜੀ ਅੱਗੋਂ ਅਗਰ ਕੋਈ ਮਜਬੂਰ ਹੋ ਕੇ ਤੁਹਾਡੇ ਤੇ ਤਰਲਾ ਪਾਏ ਤੇ ਤੁਸੀਂ ਖਿੜਖਿੜਾ ਕੇ ਹੱਸਣਾ ਸ਼ੁਰੂ ਕਰ ਦਿਓ? ਨਾ ਜੀ, ਇੱਥੋਂ ਵੀ ਸਪਸ਼ਟ ਹੁੰਦਾ ਹੈ ਕਿ ਇਹ ਲਿਖਣ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਗੁਰਮਤਿ ਦੀ ਜ਼ਰਾ ਵੀ ਨੌਲੇਜ ਨਹੀਂ ਹੈ। ਖੈਰ, ਹੁਣ ਅੱਗੇ ਦੀ 2 ਪੌੜੀਆਂ ਵਿੱਚ ਲਿਖਾਰੀ ਦਾ ਰੱਬ ਆਪਣੀ ਹੋਣ ਵਾਲੀ ਪਤਨੀ ਲਈ ਦਾਨਵਾਂ ਨਾਲ ਜੂਝਦਾ ਦਿਖਾਇਆ ਗਿਆ ਹੈ ਅਤੇ ਲੜਾਈ ਵਿੱਚ ਉਹ ਨਹੀਂ ਚਾਹੁੰਦਾ ਕਿ ਹੋਰ ਜਿਹੜੇ ਦੈਤ ਜੰਮਣ। ਪਰ ਕਹਾਣੀ ਨੂੰ ਲੰਬਾ ਕਰਨ ਲਈ ਲਿਖਾਰੀ ਜੀ ਨੇ ਆਪਣੇ ਰੱਬ ਨੂੰ ਇਤਨਾ ਮਜਬੂਰ ਦਿਖਾਇਆ ਹੈ ਕਿ ਉਸ ਦੇ ਹੁਕਮ ਤੋਂ ਉਲਟ ਖੂਨ ਤੋਂ, ਮੇਜੇ ਤੋਂ, ਸਵਾਸ ਤੋਂ ਦਾਨਵ ਜੰਮੀ ਜਾ ਰਹੇ ਹਨ ਅਤੇ ਗੁਰਮਤ ਦਾ ਪਾਵਨ ਸੁਨੇਹਾ ਹੁਕਮੀ ਹੋਵਨ ਜੀ ਵਾਲੇ ਗੁਰਮਤ ਸਿਧਾਂਤ ਤੋਂ ਵੀ ਬਿਲਕੁਲ ਉਲਟ ਸੋਚ ਦਾ ਰੱਜ ਕੇ ਪ੍ਰਚਾਰ ਇਸ ਰਚਨਾ ਰਾਹੀਂ ਕੀਤਾ ਜਾ ਰਿਹਾ ਹੈ। ਅੱਗੇ 61ਵੀਂ ਤੋਂ 75ਵੀਂ ਤੱਕ ਕਹਾਣੀ ਨੂੰ ਅੱਗੇ ਵਧਾਉਣ ਲਈ ਇਸੇ ਤਰ੍ਹਾਂ ਨਵੇਂ-ਨਵੇਂ ਤਰੀਕੇ ਘੜੇ ਜਾ ਰਹੇ ਹਨ। ਪਹਿਲਾਂ ਸਵਾਸਾਂ ਤੋਂ ਦਾਨਵ ਪੈਦਾ ਹੋ ਰਹੇ ਸਨ, ਹੁਣ ਭੱਜਣ ਨਾਲ ਜਿਹੜੀ ਹਵਾ ਚੱਲਦੀ ਉਸ ਤੋਂ ਵੀ ਦਾਨਵ ਜੰਮਣ ਲੱਗ ਪਏ। ਖੈਰ, ਇਸੇ ਦੌਰਾਨ ਦਾਨਵਾਂ ਨਾਲ ਲੜਦੇ ਹੋਏ ਇਸੇ ਕਾਲ ਨੂੰ ਲਿਖਾਰੀ ਪੌੜੀ 69 ਵਿੱਚ ਮਹਾਕਾਲ ਦੇ ਨਾਮ ਤੋਂ ਸੰਬੋਧਿਤ ਕਰਦਾ ਹੈ ਅਤੇ ਉਪਰੰਤ 71ਵੀਂ, 74ਵੀਂ, 76ਵੀਂ, 77ਵੀਂ ਪੌੜੀ ਵਿੱਚ ਵੀ ਇਸੇ ਨਾਮ ਨਾਲ ਸੰਬੋਧਨ ਕਰਦਾ ਹੈ। 78ਵੇਂ ਅਤੇ 79ਵੇਂ ਛੰਦ ਉੱਤੇ ਲਿਖਦਾ ਹੈ ਕਿ 20 ਪਦਮ ਸੈਨਾ ਜਦੋਂ ਮਹਾਕਾਲ ਦਾ ਨਾਸ਼ ਕਰਨ ਉਸ ਵੱਲ ਤਾਂ 6 ਧਰਤੀਆਂ ਹਵਾ ਵਿੱਚ ਉੱਡ ਗਈਆਂ ਤੇ ਥੱਲੇ ਇੱਕ ਹੀ ਰਹਿ ਗਈ ਤੇ ਉੱਤੇ ਜਿਹੜੇ ਸਨ ਉਹ 13 ਆਸਮਾਨ ਹੋ ਗਏ। ਭਾਵ 7 ਧਰਤੀ 7 ਆਸਮਾਨ। ਇਹ ਵੀ ਇੱਕ ਥਾਟ ਹੈ। ਇਸ ਨਾਲ ਸਿੱਖੀ ਦਾ ਕੋਈ ਲੈਣਾ ਦੇਣਾ ਨਹੀਂ। ਸਿੱਖੀ ਅਨੁਸਾਰ ਅਨੰਤ ਹੀ ਧਰਤੀਆਂ ਹਨ, ਅਨੰਤ ਹੀ ਗ੍ਰਹਿ ਹਨ। ਜਦੋਂ 20 ਪਦਮ ਸੈਨਾ ਮਹਾਕਾਲ ਦਾ ਨਾਸ਼ ਕਰਨ ਵਾਸਤੇ ਉਹਨਾਂ ਵੱਲ ਦੌੜੀ ਤਾਂ ਜਿਹੜੀਆਂ 6 ਧਰਤੀਆਂ ਸਨ ਉਹ ਹਵਾ ਵਿੱਚ ਉੱਡ ਗਈਆਂ ਅਤੇ ਉੱਤੇ ਜਾ ਕੇ 13 ਆਸਮਾਨ ਬਣ ਗਏ, ਥੱਲੇ ਇੱਕ ਧਰਤੀ ਰਹਿ ਗਈ। ਖੈਰ, ਇਹਨਾਂ ਹਾਲਾਤਾਂ ਕਾਰਨ ਬ੍ਰਹਮਾ, ਵਿਸ਼ਨੂੰ, ਕਾਰਤਿਕੇ ਆਦਿ ਡਰ ਗਏ ਅਤੇ ਅੱਗੇ 80ਵੇਂ ਤੋਂ 49ਵੇਂ ਤੱਕ ਇਹੀ ਦਰਸਾਇਆ ਗਿਆ ਹੈ। ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਹੋਰ ਬੇਨਤੀ ਕਾਲ ਅੱਗੇ ਕੀਤੀ ਜੋ ਕਿ 90ਵੀਂ ਪੌੜੀ ਤੋਂ ਲੈ ਕੇ 99ਵੀਂ ਪੌੜੀ ਤੱਕ ਦਰਜ ਹੈ। ਧਿਆਨ ਦਿਆ ਜੇ, ਇਹ ਹੈ ਦੂਜੀ ਬੇਨਤੀ। ਪਹਿਲੀ ਬੇਨਤੀ ਕੀਤੀ ਉਸ ਬੀਬੀ ਨੇ, ਦੂਜੀ ਬੇਨਤੀ ਕਰ ਰਹੇ ਹਨ ਹੁਣ ਬ੍ਰਹਮਾ, ਵਿਸ਼ਨੂੰ ਅਤੇ ਕਾਰਤਿਕੇ। ਤਰਾਹੇ ਤਰਾਹੇ ਹਮ ਸ਼ਰਨ ਤਿਹਾਰੀ, ਸਭ ਭੈ ਤੇ ਹਮ ਲੇਹੁ ਉਬਾਰੀ। तुम हो सगल लोक सिरताजा, गर्भ गंज गरीब निवाजा। तुम जग के कारण करतारा, घट घट की मत जानन हारा। निरंकार निर्वैर निरालम, सब ही के मन की तू है मालम। अखीर लिखता है कि
शरण परे ए बिद बिनती कर, त्राहे त्राहे राखो हम तुरतर। ਅੱਗੇ ਦੁਬਾਰਾ ਤੋਂ ਇਹਨਾਂ ਦੇ ਕਾਲ ਜੀ ਦਾ ਕਰੈਕਟਰ ਸਾਡੇ ਸਾਹਮਣੇ ਹੈ। ਕਹਿ ਕਹਿ ਹਸਾ ਬਚਨ ਸੁਨ ਕਾਨਾ, ਭਗਤ ਜਾਨ ਕਰ ਭਇਓ ਕਿਰਪਾਲਾ। ਭਾਓ ਇੱਕ ਵਾਰ ਫਿਰ ਉਹ ਬੇਨਤੀਆਂ ਸੁਣ ਕੇ ਅੱਗੋਂ ਖਿੜਖਿੜਾ ਕੇ ਹੱਸਣ ਲੱਗ ਪਿਆ ਕਿ ਇਹ ਕਿੰਨੇ ਦੀਨ ਜਿਹੇ ਹੈਗੇ ਨੇ, ਇਹ ਜਿਹੜੇ ਮੇਰੇ ਅੱਗੇ ਬੇਨਤੀਆਂ ਕਰ ਰਹੇ ਹਨ। ਹੁਣ ਜੇ ਅਗਰ ਧਿਆਨ ਦਈਏ ਤਾਂ ਉਸ ਜੰਗ ਦੀ ਗੱਲ ਨੂੰ ਕਿਵੇਂ ਘੁਮਾ ਦਿੱਤਾ ਗਿਆ। ਪਹਿਲੀ ਜੰਗ ਹੋ ਰਹੀ ਸੀ ਉਸ ਸੱਤ ਸੰਦ ਦੀ। ਉਸ ਸੱਤ ਸੰਦ ਨੂੰ ਆਪਸ ਵਿੱਚ ਦੀਰਘਦਾੜ ਨਾਲ ਜੋੜ ਕੇ ਮਾਰ ਦਿੱਤਾ ਗਿਆ। ਅੱਗੋਂ ਇੱਕ ਨਵਾਂ ਕਿਰਦਾਰ ਅਗਨੀ ਵਿੱਚੋਂ ਪੈਦਾ ਕਰਾ ਕੇ ਉਸ ਦੀ ਲੜਾਈ ਚਾਲੂ ਕਰਾਈ। ਹੁਣ ਉਹ ਲੜਾਈ ਦੇ ਦੌਰਾਨ ਇਹਨਾਂ ਨੇ ਕਾਲ ਨੂੰ ਵਿੱਚੇ ਪਾਇਆ। ਹੁਣ ਉਹ ਜਦੋਂ ਕਾਲ ਲੜਨ ਲੱਗ ਪਿਆ ਤਾਂ ਕਾਲ ਉੱਤੇ ਜਦੋਂ ਹਮਲਾ ਹੋਇਆ ਤਾਂ ਜਿਹੜੀਆਂ 6 ਧਰਤੀਆਂ ਆਕਾਸ਼ ਵਿੱਚ ਉੱਡ ਕੇ 13 ਆਕਾਸ਼ ਬਣ ਗਏ ਸਨ। ਹੁਣ ਇਹ ਨਵੀਂ ਬੇਨਤੀ ਦੀ ਐਕਸੈਪਟੈਂਸ ਕਰਦਿਆਂ ਹੀ ਇਸ ਨੇ ਫਿਰ ਰੱਥ ਉੱਤੇ ਸਵਾਰ ਹੋ ਕੇ ਸੰਤਾਂ ਦੀ ਰੱਖਿਆ। ਇੱਥੇ ਸੰਤ ਸਮਝਣਾ ਪਵੇਗਾ ਬ੍ਰਹਮਾ, ਵਿਸ਼ਨੂੰ ਅਤੇ ਕਾਰਤਿਕੇ ਨੂੰ ਇਹ ਸੰਤ ਕਹਿ ਰਿਹਾ ਹੈ। ਖੈਰ ਆਓ ਜੀ ਸਮਝੀਏ। ਇਹ ਰੱਥ ਉੱਤੇ ਸਵਾਰ ਹੋ ਕੇ ਸੰਤਾਂ ਦੀ ਰੱਖਿਆ ਲਈ ਮੈਦਾਨੇ ਜੰਗ ਵਿੱਚ ਆ ਗਿਆ। ਇਸ ਦੀ ਹੋਣ ਵਾਲੀ ਜਿਹੜੀ ਘਰਵਾਲੀ ਸੀ, ਜਿਸ ਨੂੰ ਇਸਨੇ ਕਿਹਾ ਸੀ ਕਿ ਜੇ ਦੀਰਘਦਾੜ ਮਰ ਜਾਏਗਾ ਮੈਂ ਤੇਰੇ ਨਾਲ ਵਿਆਹ ਕਰ ਲਾਂਗਾ, ਉਹ ਬੀਬੀ ਦੀ ਸਟੋਰੀ ਹੁਣ ਗਾਇਬ ਹੋ ਚੁੱਕੀ ਹੈ ਅਤੇ ਪੌੜੀ ਨੰਬਰ 104 ਤੋਂ ਇਸ ਕਹਾਣੀ ਵਿੱਚ ਇੱਕ ਹੋਰ ਨਾਮ ਜੋੜ ਦਿੱਤਾ ਗਿਆ, ਅਸਤੁਜ। ਜੀ ਹਾਂ, ਉਹ ਬਹੁਤ ਗੁੱਸੇ ਨਾਲ ਦੌੜਿਆ ਅਤੇ ਉਸਨੇ ਸਾਰੇ ਦੁਸ਼ਮਣ ਮਾਰ ਦਿੱਤੇ, ਸਾਧੂਆਂ ਦੀ ਰੱਖਿਆ ਕੀਤੀ ਅਤੇ ਦੁਸ਼ਮਣ ਸੈਨਾ ਨੂੰ ਖੰਡ-ਖੰਡ ਕਰ ਦਿੱਤਾ। ਇਸ ਨੂੰ ਜਿਸ ਤਰੀਕੇ ਨਾਲ ਲਿਖਿਆ ਹੈ ਮੈਂ ਤੁਹਾਨੂੰ ਐਜ਼ ਇਟ ਇਜ਼ ਸੁਣਾ ਦੇ ਰਿਹਾ ਹਾਂ। ਅਸਤੁਜ ਅਧਿਕ ਕੋਪ ਕਰਤਾਇਓ, बैर बृंद दल प्रगट खपायो, साधुन की रक्षा कर लीनी, शत्रु सैन तिल तिल कै खीनी। सिर्फ साधुआं दी ही रक्षा नहीं कीती, दुश्मन सेना नूं भी खंड खंड कर दिता, बल्कि मावतां, रथवाई, घुड़सवार सारे ही मार खपाए। इनू पढ़ के इदां लगेगा कि हुण चलो विलन मर गया है, हुण जिहड़ा है हीरो हीरोइन दा विआह हो जाएगा, क्योंकि बॉलीवुड विच तां इदां ही स्टोरी चलदी है ते इदां ही पिक्चर खत्म होंदी है। पर यह लिखारी कित्थे मनण वाला है। 106वीं पौड़ी विच घोड़े हाथी कट्टण ला दिते इसने। 108वीं पौड़ी विच फिर इसने धरतियां उड़ा छड्डियां। कदी पढ़ के तां देखिए किस तरीके नाल गप्पां मारियां होईयां हन। खैर हुण अस्तुज दे बाद एक नवा किरदार जिसका नाम पहले जरूर लिता जा चुका सी महाकाल दे रूप विच, पर 109वीं पौड़ी विच ਉਹ ਇੱਕ ਵਾਰ ਫਿਰ ਐਂਟਰੀ ਮਾਰ ਰਿਹਾ ਹੈ ਅਤੇ ਇਸ ਵਾਰ ਮਹਾਕਾਲ ਜੀ ਨੂੰ ਇਹਨਾਂ ਦੀ ਮਹਾਨ ਮਸ਼ੱਕਤ ਕਾਰਨ ਪਸੀਨਾ ਆ ਗਿਆ। ਉਸਨੇ ਉਹ ਪਸੀਨਾ ਪੁੰਝ ਕੇ ਧਰਤੀ ਉੱਤੇ ਗਿਰਾ ਦਿੱਤਾ ਤੇ ਉਹ ਪਸੀਨਾ ਧਰਤੀ ਨਾਲ ਜਾ ਟਕਰਾਇਆ, ਜਿਸ ਤੋਂ ਭੱਟਾਚਾर्य ਨੇ ਜਨਮ ਲਿਆ ਅਤੇ ਉਸਨੇ ਭੱਟਾ ਦਾ ਰੂਪ ਧਾਰ ਕੇ ਮਹਾਕਾਲ ਦੀ ਬੜੀ ਸਿਫਤ ਸਲਾਹ ਕੀਤੀ। है ना अजीब गरीब कहानी। बस किंतु परंतु नहीं कर सकते, नहीं तो साडे जिहड़े अथॉरिटीज़ हन वो कहते हैं कि तुहानू पंथ विचों छेकता जाएगा। सो 405 पौड़ियां दी ये कहानी विच अज असी 112 पौड़ियां उत्ते ही सांझ पाई है अते जो बेसिक नुकते इन्हां 112 पौड़ियां तो समझ आए हैं ਉਹ ਇਹ ਹਨ। ਪਹਿਲੀ ਗੱਲ, ਇਸ ਕਹਾਣੀ ਦਾ ਨਾਮ ਚੌਪਈ ਨਹੀਂ ਸਗੋਂ ਛੰਦ ਦੀ ਚਾਲ ਦਾ ਨਾਮ ਚੌਪਈ ਹੈ। ਜਿਵੇਂ ਕਿ ਸੁਖਮਨੀ ਬਾਣੀ ਜਿਸ ਵਿੱਚ ਅਸ਼ਟਪਦੀਆਂ ਹਨ, ਬਾਣੀ ਦਾ ਨਾਮ ਸੁਖਮਨੀ ਹੈ, ਬਾਣੀ ਦਾ ਨਾਮ ਅਸ਼ਟਪਦੀ ਸਾਹਿਬ ਨਹੀਂ ਹੈ। ਬਾਣੀ ਨੂੰ ਅਸੀਂ ਸਤਕਾਰ ਨਾਲ ਸੁਖਮਨੀ ਸਾਹਿਬ ਵੀ ਬੋਲਦੇ ਹਾਂ। ਆਹੀ ਗੱਲ ਅੱਜ ਤੋਂ ਲਗਭਗ 4 ਕੁ ਮਹੀਨੇ ਪਹਿਲਾਂ ਗਿਆਨੀ ਗੁਰਦੇਵ ਸਿੰਘ ਆਸਟ੍ਰੇਲੀਆ ਵਾਲਿਆਂ ਨਾਲ मैं YouTube ਤੋਂ डिस्कशन करदियां कीती सी कि ਗਿਆਨੀ जी
ਪਹਿਲਾਂ ਚੌਪਈ ਵਾਲੀ ਕਹਾਣੀ ਦਾ ਪੂਰਾ ਨਾਮ ਖੋਜ ਲਓ, ਪਰ ਉਹਨਾਂ ਨੇ ਅੱਗੋਂ ਜਵਾਬ ਦੇਣ ਦੀ ਵੀ ਖੇਚਲ ਨਹੀਂ ਕੀਤੀ। ਹੋ ਸਕਦਾ ਹੈ ਉਹ ਜਵਾਬ ਢੂੰਡ ਰਹੇ ਹੋਣ। ਆਸ ਹੈ ਇਸ ਸ਼ੋਅ ਦੇ ਬਾਅਦ ਜ਼ਰੂਰ ਉਹ ਇਹ ਢੂੰਡਣਗੇ। ਖੈਰ, ਇਹ ਕਹਾਣੀ ਬੋਲਣ ਵਾਲਾ ਇੱਕ ਮੰਤਰੀ ਹੈ ਜੋ ਕਿ ਅਨਾਮ ਹੈ, ਜਿਸ ਦਾ ਨਾਮ ਨਹੀਂ ਲਿਖਿਆ ਪੂਰੇ ਗ੍ਰੰਥ ਵਿੱਚ, ਜੋ ਕਿ ਆਪਣੇ ਰਾਜੇ ਨੂੰ ਇਹ ਕਹਾਣੀਆਂ ਸੁਣਾ ਰਿਹਾ ਹੈ। ਤੀਜੀ ਚੀਜ਼ ਜੋ ਵਿਚਾਰਨ ਵਾਲੀ ਹੈ ਕਿ ਕੁਦਰਤੀ ਨਿਯਮਾਂ ਤੋਂ ਉਲਟ ਇਸ ਕਹਾਣੀ ਦੀ ਜਿਹੜੀ ਔਰਤ ਕਿਰਦਾਰ ਦੇ ਜਨਮ ਦੀ ਕਹਾਣੀ ਹੈ ਉਹ ਗੁਰਬਾਣੀ ਦੇ ਸਿਧਾਂਤ ਤੋਂ ਬਿਲਕੁਲ ਹੀ ਉਲਟ ਹੈ। ਉੱਥੇ ਹੀ ਨਾਲ-ਨਾਲ ਖੂਨ, ਪਸੀਨੇ, ਮੇਦੇ ਅਤੇ ਪਤਾ ਨਹੀਂ ਸਾਹ ਲੈਣ ਨਾਲ ਹੋਰ ਕਿਹੜੇ-ਕਿਹੜੇ ਤਰੀਕੇ ਨਾਲ ਸਰੀਰ ਜੰਮਣੇ, ਇਹ ਇੱਕ ਸ਼ੈਤਾਨ ਦਿਮਾਗ ਦੀ ਉਪਜ ਜਾਂ ਇੰਜ ਕਹਿ ਲੋ ਗੱਪਾਂ ਹੀ ਜਾਪਦੀਆਂ ਹਨ। ਚੌਥੀ ਗੱਲ, ਮਹਾਕਾਲ, ਅਸੁਜ, ਕਾਲ ਆਦਿ ਦੇ ਸਰੀਰ ਧਾਰੀ ਹੋਣ ਦੇ ਬਾਵਜੂਦ ਉਸ ਨੂੰ ਰੱਬ ਦਰਸਾਉਣ ਵਾਲੇ ਜੇ ਅਗਰ ਅਣਜਾਣ ਹਨ ਤਾਂ ਸ਼ਾਇਦ ਇਹ ਸਭ ਸੁਣਨ ਦੇ ਬਾਅਦ ਉਹ ਇਸ ਨੂੰ ਜ਼ਰੂਰ ਪੜਾਂਗੇ, ਪਰ ਜੇ ਅਗਰ ਜਾਣ ਕੇ ਇਹ ਕਰ ਰਹੇ ਹਨ ਤਾਂ ਵਾਕਿਆ ਹੀ ਬੇਗੈਰਤ ਸਿੱਖ ਹਨ। ਅਸਲ ਵਿੱਚ ਉਹਨਾਂ ਦਾ ਇਹ ਝੂਠ ਹੁਣ ਜ਼ਿਆਦਾ ਦਿਨ ਨਹੀਂ ਛੁਪ ਪਾਏਗਾ ਤੇ ਉਹਨਾਂ ਨੇ ਜੋ ਕੌਮ ਨਾਲ ਧੋਖਾ ਕੀਤਾ ਹੈ ਉਹ ਜ਼ਰੂਰ ਸਾਹਮਣੇ ਆਵੇਗਾ। ਹੋਰ ਜਿਹੜੀਆਂ ਗੱਲਾਂ ਤੁਸੀਂ ਇਸ ਵਿੱਚ ਨੋਟ ਕਰ ਸਕਦੇ ਹੋ, ਗ੍ਰੰਥ ਲਿਖਣ ਵਾਲੇ ਵੱਲੋਂ ਨਾਨਕ ਪਦ ਦੀ ਵਰਤੋਂ ਨਾ ਕਰਨਾ ਇਹ ਸਪਸ਼ਟ ਕਰਦਾ ਹੈ ਕਿ ਇਹ ਲਿਖਾਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਕਦੇ ਨਹੀਂ ਸੀ ਬੈਠਾ, ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹੋ ਸਕਦੇ। ਅਤੇ ਇਹਨਾਂ 112 ਪੌੜੀਆਂ ਵਿੱਚ ਆਈਆਂ ਦੋ ਵਾਰ ਜਿਹੜੀਆਂ ਬੇਨਤੀਆਂ, ਇੱਕ ਵਾਰ ਉਸ ਬੀਬੀ ਵੱਲੋਂ ਤੇ ਦੂਜੀ ਵਾਰ ਬ੍ਰਹਮਾ, ਵਿਸ਼ਨੂੰ ਤੇ ਕਾਰਤਿਕੇ ਵੱਲੋਂ, ਇਹ ਵੀ ਉਸ ਅਕਾਲ ਮੂਰਤ ਰੱਬ ਅੱਗੇ ਨਹੀਂ ਸਗੋਂ ਉਸੇ ਮਹਾਕਾਲ ਅੱਗੇ ਹਨ ਜੋ ਕਿ ਸ਼ਰੀਰਧਾਰੀ ਹੈ, ਜੋ ਕਿ ਉੱਥੇ ਲੜ ਰਿਹਾ ਹੈ। ਖੈਰ, ਮੈਂ ਤਹਿ ਦਿਲੋਂ ਧੰਨਵਾਦੀ ਹਾਂ ਰੇਡੀਓ ਸਿੰਘਨਾਦ ਦਾ ਅਤੇ ਖਾਲਸਾ ਨਿਊਜ਼ ਵਾਲਿਆਂ ਦਾ, ਜਿਨ੍ਹਾਂ ਮੈਨੂੰ ਇਸ ਸੇਵਾ ਲਈ ਪ੍ਰੇਰਿਆ। ਆਸ ਹੈ ਕਿ ਸਮੇਂ ਮੁਤਾਬਕ ਅਗਲੇ ਸ਼ੁੱਕਰਵਾਰ ਤੱਕ ਮੈਂ ਅਗਲਾ ਭਾਗ ਵੀ ਆਪ ਸਾਰਿਆਂ ਦੀ ਸੇਵਾ ਵਿੱਚ ਜ਼ਰੂਰ ਲੈ ਕੇ ਹਾਜ਼ਰ ਹੋਵਾਂਗਾ। ਹੋਈਆਂ ਬੇਸ਼ੁਮਾਰ ਭੁੱਲਾਂ ਚੁੱਕਾਂ ਲਈ ਮੈਂ ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।